ਰਾਮ ਸਰੂਪ ਅਣਖੀ ਦੀ ਕਹਾਣੀ। ਅਫਸੋਸ। ਦੇਸ਼ ਬੰਧੂ ਦੀ ਪਤਨੀ ਚੌਥਾ ਬੱਚਾ ਜੰਮਣ ਵੇਲੇ ਹਸਪਤਾਲ 'ਚ ਹੀ ਮਰ ਗਈ ਸੀ। ਬੱਚਾ ਤਾਂ ਪੈਦਾ ਵੀ ਨਹੀਂ ਸੀ ਹੋਇਆ, ਇਸੇ ਕਰਕੇ ਤਾਂ ਮਰ ਗਈ ਸੀ। 3 ਛੋਟੇ ਬੱਚੇ ਤੇ ਇਕੱਲਾ ਦੇਸ਼ ਬੰਧੂ। ਉਹਦਾ ਰੋਣ ਨਹੀਂ ਸੀ ਥੰਮਦਾ। ਗੁਆਂਢੀ, ਰਿਸ਼ਤੇਦਾਰ ਤੇ ਹੋਰ ਉਹਦਾ ਦਿਲ ਧਰਾਉਂਦੇ, ਉਹਨੂੰ ਦਿਲਾਸਾ ਦਿੰਦੇ, ਪਰ ਉਹਨੂੰ ਲੱਗਦਾ ਸੀ ਜਿਵੇਂ ਉਹਨਾਂ 'ਚੋਂ ਕੋਈ ਵੀ ਉਹਦਾ ਸੱਚਾ ਹਮਦਰਦੀ ਨਾ ਹੋਵੇ। ਸਭ ਦੀਆਂ ਰਸਮੀ ਗੱਲਾਂ ਸਨ, ਸਭ ਦੇ ਫੋਕੇ ਸਹਾਰੇ ਸਨ। 3 ਬੱਚੇ ਉਹਦੇ ਗਲ ਨਾਲ ਚਿੰਬੜਦੇ, ਧਾਈ ਰੋਂਦੇ। ਦੇਸ਼ ਬੰਧੂ ਪੁੱਜ ਕੇ ਦੁਖੀ ਹੋ ਗਿਆ ਸੀ। ਸ਼ਹਿਰ 'ਚੋਂ ਲੋਕ ਅਫਸੋਸ ਆਉਂਦੇ ਸਨ, 20 ਮਿੰਟ ਬੈਠਦੇ ਸਨ, ਅੱਧਾ ਘੰਟਾ ਬੈਠਦੇ ਸਨ। ਆਮ ਜਿਹੀਆਂ ਗੱਲਾਂ ਕਰਦੇ, ਜਿਸ ਤਰ੍ਹਾਂ ਦੀਆਂ ਗੱਲਾਂ ਕਿਸੇ ਦੇ ਮਰੇ ਤੋਂ ਕੀਤੀਆਂ ਜਾਂਦੀਆਂ। ਅਫਸੋਸ ਦੀਆਂ ਗੱਲਾਂ ਤੋਂ ਗੱਲ ਤੁਰਦੀ ਕਿਤੇ ਦੀ ਕਿਤੇ ਜਾ ਰਹਿੰਦੀ। ਚੰਗਾ ਭਾਈ, ਹੁਣ ਤਾਂ ਮਨ ਨੂੰ ਸਮਝਾਉਣਾ ਹੀ ਪਏਗਾ। ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ, ਉਹਦੀ ਲੀਲਾ ਨਿਆਰੀ ਹੈ। ਉਸ ਦਿਨ ਸੱਥਰ 'ਤੇ ਬੈਠੀਆਂ ਕੁੜੀਆਂ 'ਚ ਮਿਸਿਸ ਗਰੇਵਾਲ ਵੀ ਬੈਠੀ ਸੀ, ਐਡਵੋਕੇਟ ਗਰੇਵਾਲ ਦੀ ਘਰ ਵਾਲੀ। ਦੇਸ਼ ਬੰਧੂ ਨੇ ਉਹਨੂੰ ਦੇਖਿਆ ਤਾਂ ਉਹਦੇ ਮਨ 'ਚ ਜਿਵੇਂ ਕੋਈ ਟਿਕਾ ਜਿਹਾ ਆ ਗਿਆ। ਕੋਈ ਜਿਵੇਂ ਉਹਦੀ ਜਨਾਨੀ ਦਾ ਸੱਚੇ ਦਿਲੋਂ ਅਫਸੋਸ ਕਰਨ ਆਇਆ ਹੋਵੇ, ਕੋਈ ਜਿਵੇਂ ਉਹਨੂੰ ਸਹੀ ਸਹਾਰਾ ਦੇਣ ਆਇਆ ਹੋਵੇ। ਬੰਦਿਆਂ 'ਚ ਬੈਠਾ ਦੇਸ਼ ਬੰਧੂ ਮਿਸਿਸ ਗਰੇਵਾਲ ਵਾਲੀ ਤੱਕੀ ਜਾ ਰਿਹਾ ਸੀ। ਬੰਦਿਆਂ ਦੀਆਂ ਗੱਲਾਂ ਵੱਲੋਂ ਬੇਧਿਆਨਾ ਸੀ। ਕੋਈ ਬੰਦਾ ਉਹਨੂੰ ਕੋਈ ਗੱਲ ਪੁੱਛਦਾ, ਉਹ ਉਖੜਿਆ ਜਿਹਾ ਜਵਾਬ ਦੇ ਕੇ ਮਿਸਿਸ ਗਰੇਵਾਲ ਵੱਲ ਟਿਕ ਲਾ ਲੈਂਦਾ। ਮਿਸਿਸ ਗਰੇਵਾਲ ਬੁੜੀਆਂ 'ਚ ਬੈਠੀ ਲਗਾਤਾਰ ਦੇਸ਼ ਬੰਧੂ ਵੱਲ ਤੱਕੀ ਜਾ ਰਹੀ ਸੀ। ਖਾਲੀ ਅੱਖਾਂ ਨਾਲ ਬੁੜੀਆਂ ਵਾਲੇ ਸੱਥਰ 'ਤੇ ਦੇਸ਼ ਬੰਧੂ ਦੀ ਭੈਣ, ਦੇਸ਼ ਬੰਧੂ ਦੀ ਮਰ ਚੁੱਕੀ ਪਤਨੀ ਦੀਆਂ ਗੱਲਾਂ ਸੁਣਾ ਰਹੀ ਸੀ। ਕਿਵੇਂ ਹਸਪਤਾਲ 'ਚੋਂ ਉਹਦੇ ਪੇਡੂ 'ਚ ਸਖਤ ਦਰਦ ਉੱਠਿਆ, ਐਸਾ ਦਰਦ ਕਿ ਉਹ ਕੰਧਾਂ ਨਾਲ ਟੱਕਰਾ ਮਾਰਨਾ ਚਾਹੁੰਦੀ ਸੀ। ਨਰਸਾਂ ਵਾਹ ਲਾ ਥੱਕੀਆਂ, ਪਰ ਦਰਦ ਨਹੀਂ ਸੀ ਘਟਿਆ। ਫਿਰ ਦਰਦ ਉੱਠਦੇ ਰਹੇ ਸਨ। ਸਾਰੀ ਰਾਤ ਦਾਈਆਂ ਹਫਦੀਆਂ ਰਹੀਆਂ। ਤੜਕੇ ਨੂੰ ਢਿੱਡ ਫੁੱਲ ਕੇ ਡੇਢਾ ਹੋ ਗਿਆ, ਬੱਚਾ ਪੈਦਾ ਹੀ ਨਾ ਹੋਇਆ। 10-12 ਦਫਾ ਦੰਦਲਾਂ ਪਈਆਂ, ਫਿਰ ਅਜਿਹੀ ਦੰਦਲ ਪਈ ਉਹਨੇ ਮੁੜ ਕੇ ਅੱਖ ਪੁੱਟੀ ਹੀ ਨਹੀਂ। ਸੁਣਨ ਵਾਲੀਆਂ ਹੁੰਗਾਰਾ ਭਰਦੀਆਂ, ਹੌਕੇ ਲੈਂਦੀਆਂ ਤੇ ਫਿਰ ਹੂੰ ਕਹਿ ਕੇ ਅਗਾਂਹ ਵੱਲ ਤੋਰਨ ਲਈ ਕਹਿੰਦੀਆਂ। ਮਿਸਿਸ ਗਰੇਵਾਲ ਦਾ ਉਹਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੀ। ਦੇਸ਼ ਬੰਧੂ ਦੀ ਘਰ ਵਾਲੀ ਮਰ ਗਈ ਸੀ, ਇਹ ਤੋਂ ਵੱਧ ਜਾਣਨਾ ਹੋਰ ਕੀ ਜ਼ਰੂਰੀ ਸੀ। ਮਿਸਿਸ ਗਰੇਵਾਲ ਐਡਵੋਕੇਟ ਗਰੇਵਾਲ ਦੀ ਵੱਡੀ ਸਰਦਾਰਨੀ ਸੀ। ਉਹਦੇ ਬੱਚਾ ਕੋਈ ਨਹੀਂ ਸੀ ਹੋਇਆ, ਸੋ ਐਡਵੋਕੇਟ ਨੇ ਉਹਦੇ ਵਿਆਹ ਤੋਂ 7 ਸਾਲ ਬਾਅਦ ਹੋਰ ਵਿਆਹ ਕਰਵਾ ਲਿਆ ਸੀ। ਹੁਣ ਛੋਟੀ ਸਰਦਾਰਨੀ ਦੇ 2 ਮੁੰਡੇ ਸੀ, 2 ਕੁੜੀਆਂ ਸੀ। ਐਡਵੋਕੇਟ ਦੇ ਘਰ ਦੀ ਸਾਰੀ ਕਬੀਲਦਾਰੀ ਵੱਡੀ ਸਰਦਾਰਨੀ ਦੇ ਹੱਥ ਵਿੱਚ ਸੀ। ਛੋਟੀ ਸਰਦਾਰਨੀ ਤਾਂ ਜਿਵੇਂ ਬੱਚੇ ਜੰਮਣ ਵਾਸਤੇ ਹੀ ਆਈ ਹੋਵੇ। ਐਡਵੋਕੇਟ ਗਰੇਵਾਲ ਇਲਾਕੇ ਦਾ ਮੰਨਿਆ ਹੋਇਆ ਵਕੀਲ ਸੀ। ਕਤਲਾਂ ਦੇ ਵੱਡੇ ਕੇਸ ਉਹਨੇ ਜਿੱਤੇ ਸੀ। ਬੇਥਾਹ ਪੈਸਾ ਕਮਾਇਆ ਸੀ। ਬਹੁਤ ਵੱਡੀ ਕੋਠੀ ਪਾ ਲਈ ਸੀ, ਸ਼ਾਨਦਾਰ ਕੋਠੀ। ਸ਼ਹਿਰ ਤੋਂ ਬਾਹਰ 10 ਕਿੱਲੇ ਜ਼ਮੀਨ ਵੀ ਉਹਨੇ ਖਰੀਦ ਲਈ। ਬੁੱਢਾ ਹੋ ਗਿਆ ਸੀ, ਪਰ ਦਾੜੀ ਮੁੱਛਾਂ ਨੂੰ ਕਲਫ ਲਾ ਕੇ ਜਵਾਨ ਦਿਸਣ ਦੀ ਕੋਸ਼ਿਸ਼ 'ਚ ਰਹਿੰਦਾ। ਵਕਾਲਤ ਦੀਆਂ ਕਿਤਾਬਾਂ 'ਚ ਖੁੱਭਿਆ ਰਹਿੰਦਾ। ਅੱਧੀ ਰਾਤ ਤੀਕ ਕੇਸਾਂ ਨੂੰ ਤਿਆਰ ਕਰਦਾ। ਸਵੇਰੇ ਸਦਿਆਂ ਉੱਠ ਕੇ ਕਿਤਾਬਾਂ ਕੰਸਲਟ ਕਰਦਾ। ਦਿਨ ਵੇਲੇ ਸਾਰਾ ਦਿਨ ਕਚਹਿਰੀ 'ਚ ਕਲਾਇੰਟਸ ਨੂੰ ਉਡੀਕਦਾ, ਕਲਾਇੰਟਸ ਨਾਲ ਨਿਬੜਦਾ। ਵੱਡੀ ਸਰਦਾਰਨੀ ਦਾ ਭਤੀਜਾ ਰਾਮ ਨਰਾਇਣ ਸਿੰਘ ਉਹਨਾਂ ਕੋਲ ਹੀ ਰਹਿੰਦਾ। 10ਵੀਂ ਪਾਸ ਕਰਕੇ ਵਰਕਸ਼ਾਪ 'ਚ ਟਰੈਕਟਰ ਮਕੈਨਿਕ ਬਣਨ ਆਇਆ ਤੇ ਫਿਰ ਉੱਥੇ ਹੀ ਰਹਿ ਗਿਆ ਸੀ। ਪੈਨ ਪੱਚਰ ਕੇ ਰਹਿੰਦਾ, ਚੰਗਾ ਖਾਂਦਾ ਪੀਂਦਾ। ਐਡਵੋਕੇਟ ਗਰੇਵਾਲ ਉਹਨੂੰ ਬਹੁਤ ਪਿਆਰ ਕਰਦਾ। ਛੋਟੀ ਸਰਦਾਰਨੀ ਵੀ ਉਹਨੂੰ ਬਹੁਤ ਚਾਹੁੰਦੀ ਸੀ ਤੇ ਵੱਡੀ ਸਰਦਾਰਨੀ ਨੂੰ ਸਾਰਾ ਭੇਤ ਸੀ। ਉਹਦੇ ਪਤੀ ਦੀ ਬੱਤੀ ਨਾਲ ਬੱਤੀ ਲੱਗ ਗਈ ਸੀ। ਉਹਦੇ ਪਿਤਾ ਦਾ ਖਾਲੀ ਵਿਹੜਾ ਬੱਚਿਆਂ ਦੀ ਭਰਪੂਰ ਦੁਨੀਆ ਨਾਲ ਝਿਲਮਿਲ ਕਰਨ ਲੱਗ ਪਿਆ ਸੀ। ਮਿਸਿਸ ਗਰੇਵਾਲ, ਜਿਹਦਾ ਆਪਣਾ ਨਾਂ ਦਲਜੀਤ ਕੌਰ ਸੀ, ਹੁਣ ਸਿਰਫ ਮਿਸਿਸ ਗਰੇਵਾਲ ਹੀ ਸੀ। ਦਲਜੀਤ ਕੌਰ ਤਾਂ ਉਸ 'ਚੋਂ ਕਦੋਂ ਦੀ ਗਾਇਬ ਹੋ ਚੁੱਕੀ ਸੀ। ਦਲਜੀਤ ਕੌਰ ਪਿੰਡ ਦੇ ਸਕੂਲ 'ਚ 10ਵੀਂ ਜਮਾਤ 'ਚ ਪੜ੍ਹਦੀ ਹੁੰਦੀ ਸੀ। ਉਹਨਾਂ ਦੇ ਗੁਆਂਢੀਆਂ ਦਾ ਮੁੰਡਾ ਦੇਸ਼ ਬੰਧੂ ਵੀ ਉਸ ਨਾਲ ਪੜ੍ਹਦਾ ਸੀ। ਅੱਲੜ ਮੁੰਡੇ ਕੁੜੀ ਵਾਲੀ ਸ਼ਰਾਰਤੀ ਝਾਕਣੀ ਤੋਂ ਵੱਧ ਕੇ ਉਹਨਾਂ ਦੇ ਸਬੰਧ ਕਾਫੀ ਵਿਗੜ ਚੁੱਕੇ ਸਨ। ਦੋਵਾਂ ਘਰਾਂ 'ਚ ਕਾਫੀ ਰੰਜਿਸ਼ ਵੱਧ ਗਈ ਸੀ। ਦਲਜੀਤ ਕੌਰ ਫਿਰ ਕਿੰਨੇ ਦਿਨ ਸਕੂਲ ਨਹੀਂ ਸੀ ਆਈ। ਦੇਸ਼ ਬੰਧੂ ਤਾਂ ਪੜ੍ਹਦਾ ਰਿਹਾ ਸੀ, ਪਰ ਦਲਜੀਤ ਕੌਰ ਦੀ 10ਵੀਂ ਤਾਂ ਵਿੱਚ ਹੀ ਰਹਿ ਗਈ ਸੀ। ਉਹਨਾਂ ਦੇ ਘਰਦਿਆਂ ਨੇ ਉਹਨੂੰ ਸਕੂਲ ਭੇਜਣਾ ਜਾਇਜ਼ ਹੀ ਨਹੀਂ ਸਮਝਿਆ ਤੇ 2 ਕੁ ਸਾਲ ਬਾਅਦ ਉਹਦੀ ਸ਼ਾਦੀ BA 'ਚ ਪੜ੍ਹਦੇ ਗਰੇਵਾਲ ਨਾਲ ਕਰ ਦਿੱਤੀ ਗਈ। ਦੇਸ਼ ਬੰਧੂ BA ਕਰ ਗਿਆ, ਫਿਰ B.Ed ਕਰਕੇ ਮਾਸਟਰ ਲੱਗ ਗਿਆ। ਕਈ ਸਾਲਾਂ ਤੋਂ ਹੁਣ ਉਸ ਸ਼ਹਿਰ 'ਚ ਹੀ ਰਹਿੰਦਾ ਸੀ ਜਿੱਥੇ ਦਲਜੀਤ ਕੌਰ ਵਿਆਹੀ ਹੋਈ ਸੀ ਤੇ ਦਲਜੀਤ ਕੌਰ ਜਿਹੜੀ ਹੁਣ ਮਿਸਿਸ ਗਰੇਵਾਲ ਸੀ। ਮਿਸਿਸ ਗਰੇਵਾਲ ਦੇ ਵਿਆਹ ਹੋਏ ਨੂੰ 2 ਸਾਲ ਹੋ ਗਏ ਸੀ, ਪਰ ਉਹਦੇ ਬੱਚਾ ਨਹੀਂ ਸੀ ਹੋ ਰਿਹਾ। ਐਡਵੋਕੇਟ, ਜਿਹੜਾ ਉਦੋਂ ਵਕਾਲਤ ਦੀ ਪੜ੍ਹਾਈ ਕਰ ਰਿਹਾ ਸੀ, ਇਸ ਗੱਲ ਦਾ ਬਹੁਤਾ ਧਿਆਨ ਨਹੀਂ ਸੀ। 15-20 ਦਿਨਾਂ ਤੋਂ ਬਾਅਦ ਉਹ ਘਰ ਆਉਂਦਾ, ਆਪਣੀ ਵਹੁਟੀ ਨੂੰ ਮਿਲ ਜਾਂਦਾ। ਸੱਸ ਪੁੱਛਦੀ ਰਹਿੰਦੀ, ਦਲਜੀਤ ਕੌਰ ਝੋਰਾ ਕਰਦੀ ਤੇ ਫਿਰ ਜਦੋਂ ਵਕਾਲਤ ਕਰਕੇ ਆ ਗਿਆ, ਉਸੇ ਸ਼ਹਿਰ 'ਚ ਪ੍ਰੈਕਟਿਸ ਆਰੰਭ ਕਰ ਦਿੱਤੀ।
ਤਾਂ ਦਲਜੀਤ ਕੌਰ ਹੋਰ ਵੀ ਝੋਰਾ ਕਰਨ ਲੱਗ ਪਈ। 5 ਸਾਲ ਹੋ ਗਏ ਸੀ, ਅਜੇ ਵੀ ਉਹਨੂੰ ਗਰਭ ਨਹੀਂ ਸੀ ਠਹਿਰਿਆ। ਹੁਣ ਤਾਂ ਐਡਵੋਕੇਟ ਗਰੇਵਾਲ ਵੀ ਫਿਕਰ ਕਰਨ ਲੱਗ ਪਿਆ। ਉਹਨੇ ਡਾਕਟਰਾਂ ਦੀ ਰਾਏ ਲਈ। ਡਾਕਟਰਾਂ ਨੇ ਤੋਂ ਇਲਾਜ ਕਰਵਾਇਆ, ਪਰ ਕੋਈ ਗੱਲ ਨਹੀਂ ਸੀ ਬਣੀ। ਉਹਦੀ ਸੱਸ ਨੇ ਦੇਸੀ ਦਵਾਈਆਂ ਵੀ ਵਰਤੀਆਂ ਤੇ ਕਈਆਂ ਦਾਈਆਂ ਨੂੰ ਦਿਖਾਇਆ, ਪਰ ਦਲਜੀਤ ਕੌਰ ਉਵੇਂ ਦੀ ਉਵੇਂ ਸੀ। ਦਲਜੀਤ ਕੌਰ ਇਕਾਂਤ 'ਚ ਬੈਠ ਕੇ ਝੋਰਾ ਕਰਦੀ। ਜਦੋਂ ਉਹਨੂੰ ਸਕੂਲ ਵੇਲੇ ਦਾ ਸਮਾਂ ਯਾਦ ਆਉਂਦਾ, ਉਹਦਾ ਤਰਾਹ ਜਿਹਾ ਨਿਕਲ ਜਾਂਦਾ। ਉਹ ਦੇਸ਼ ਬੰਧੂ ਦੇ ਕਿੰਨਾ ਪਿੱਛੇ ਪਈ ਸੀ, ਉਹਨੂੰ ਕਿੰਨਾ ਛੇੜਿਆ ਕਰਦੀ। ਦੇਸ਼ ਬੰਧੂ ਕਿੰਨਾ ਡਰਦਾ ਹੁੰਦਾ, ਇਸ ਤਰ੍ਹਾਂ ਦੀ ਗੱਲ ਤੋਂ ਤਰਹਿਕਦਾ ਸੀ। ਪਰ ਦਲਜੀਤ ਨੇ ਉਹਦਾ ਡਰ ਹੌਲੀ-ਹੌਲੀ ਦੂਰ ਕਰ ਦਿੱਤਾ। ਦੇਸ਼ ਬੰਧੂ ਆਪ ਹੁਣ ਪੂਰਾ ਦਲੇਰ ਸੀ। ਉਹ ਤੜਕੇ ਸੂਰਜ ਚੜ੍ਹਨ ਤੋਂ ਪਹਿਲਾਂ ਦਲਜੀਤ ਦੇ ਬਾਹਰਲੇ ਘਰ ਮਿਲਦੇ ਸੀ। ਬਾਹਰਲੇ ਘਰ ਇਕੱਲਾ ਬਾਬਾ ਹੀ ਸੁੱਤਾ ਹੁੰਦਾ ਜਾਂ ਫਿਰ ਘਰ ਦੇ ਸਾਰੇ ਡੰਗਰ ਪਸ਼ੂ। ਇੱਕ ਦਿਨ ਉਹਨੇ ਦੇਸ਼ ਬੰਧੂ ਨੂੰ ਦੱਸਿਆ ਕਿ ਕੰਮ ਤਾਂ ਖਰਾਬ ਹੋ ਗਿਆ। ਦੱਸ ਹੁਣ ਕੀ ਕਰਾਂ। ਦੇਸ਼ ਬੰਧੂ ਆਪ ਅਣਜਾਣ ਸੀ। ਐਡੀ ਕੁ ਉਮਰ 'ਚ ਉਹਨੂੰ ਵੀ ਕੀ ਪਤਾ ਸੀ ਇਹਨਾਂ ਗੱਲਾਂ ਦਾ। ਗੱਲ ਵਿਗੜੀ ਇੱਥੋਂ ਤੱਕ ਪੁੱਜ ਗਈ ਕਿ ਦਲਜੀਤ ਦੀ ਮਾਂ ਨੇ ਆਪ ਹੀ ਕਿਸੇ ਸਿਆਣੀ ਬੁੜੀ ਕੋਲੋਂ ਉਹਦਾ ਬੰਦ ਖਲਾਸ ਕਰਵਾਇਆ। ਉਦੋਂ ਦਾ ਹੀ ਕੋਈ ਨੁਕਸ ਪੈ ਗਿਆ ਸੀ, ਇਸੇ ਕਰਕੇ ਹੁਣ ਬੱਚਾ ਨਹੀਂ ਸੀ ਹੋ ਰਿਹਾ। ਤੇ ਦਲਜੀਤ ਕੌਰ ਆਪਣੀ ਕੀਤੀ ਤੇ ਝੋਰਾ ਕਰਦੀ, ਆਪਣੇ ਆਪ ਤੇ ਫਿੱਟ ਲਾਹਣਤਾਂ ਪਾਉਂਦੀ। ਕੱਚੀ ਅਲੇਲ ਉਮਰ 'ਚ ਉਹਨੇ ਇਹ ਕੀ ਕਰ ਲਿਆ ਸੀ। ਕੀ ਪਤਾ ਸੀ ਉਹਨੂੰ ਬਚਪਨ 'ਚ ਕੀਤੀ ਗਲਤੀ ਸਾਰੀ ਉਮਰ ਦਾ ਝੋਰਾ ਬਣ ਜਾਏਗੀ। ਉਹ ਬਹੁਤ ਦੁਖੀ ਰਹਿੰਦੀ। ਉਹਦੀ ਸੱਸ ਉਹਨੂੰ ਟੋਕਦੀ ਰਹਿੰਦੀ, ਉਹਨੂੰ ਅਜੀਬ ਤਾਨੇ ਦਿੰਦੀ ਤੇ ਗਰੇਵਾਲ ਵੀ ਉਹਨੂੰ ਨਫ਼ਰਤ ਜਿਹੀ ਕਰਨ ਲੱਗ ਪਿਆ। ਇਹ ਨਫ਼ਰਤ ਪਰ ਉਹਦੇ ਅੰਦਰੋਂ ਹੀ ਸੀ, ਕਹਿ ਕੇ ਉਹਨੇ ਕਦੇ ਨਹੀਂ ਸੀ ਸੁਣਾਇਆ। ਸੱਸ ਮਰ ਚੁੱਕੀ ਸੀ, ਘਰ ਦੀ ਮਾਲਕਣ ਹੁਣ ਦਲਜੀਤ ਕੌਰ ਆਪ ਸੀ। ਆਪ ਹੀ ਉਹਨੇ ਗਰੇਵਾਲ ਨੂੰ ਸੁਝਾਅ ਦਿੱਤਾ ਵੀ ਉਹ ਦੂਜੀ ਸ਼ਾਦੀ ਕਰਵਾ ਲਵੇ, ਬੱਚੇ ਪੈਦਾ ਕਰੇ ਤੇ ਦੂਜਾ ਵਿਆਹ ਹੋਇਆ। ਅਗਲੇ ਸਾਲ ਹੀ ਮੁੰਡਾ ਹੋ ਗਿਆ। ਸਾਰੇ ਰੰਗ ਭਾਗ ਲੱਗ ਗਏ। ਫਿਰ ਇੱਕ ਕੁੜੀ, ਫਿਰ ਜਿਵੇਂ ਐਡਵੋਕੇਟ ਗਰੇਵਾਲ ਨੂੰ ਰੱਜ ਆ ਗਿਆ ਹੋਵੇ। ਛੋਟੀ ਸਰਦਾਰਨੀ ਦੀ ਉਮਰ ਤਾਂ ਅਜੇ ਵੀ ਉਸੇ ਤਰ੍ਹਾਂ ਹੀ ਜਵਾਨੀ ਤਾਂ ਜਿਵੇਂ ਚੜ੍ਹ ਰਹੀ ਹੋਵੇ। ਵੱਡੀ ਸਰਦਾਰਨੀ ਦਾ ਭਤੀਜਾ ਰਾਮ ਨਾਰਾਇਣ ਉਹਦੀ ਜ਼ਿੰਦਗੀ 'ਚ ਆ ਗਿਆ ਸੀ, ਨਹੀਂ ਤਾਂ ਉਹਦਾ ਲਿਸ਼ਕਦਾ ਜੋਬਨ ਬੁੱਢੇ ਵਕੀਲ ਦੀ ਬੇਧਿਆਨੀ 'ਚ ਰੁੜ ਜਾਣਾ ਸੀ। ਐਡਵੋਕੇਟ ਗਰੇਵਾਲ ਜਾਂ ਤਾਂ ਆਪਣੀ 10 ਕਿੱਲੇ ਜ਼ਮੀਨ ਦੀ ਖੇਤੀ ਵੱਲ ਧਿਆਨ ਰੱਖਦਾ ਤੇ ਜਾਂ ਫਿਰ ਵਕਾਲਤ ਦੀਆਂ ਕਿਤਾਬਾਂ 'ਚ ਖੱਚਤ ਰਹਿੰਦਾ। ਛੋਟੀ ਸਰਦਾਰਨੀ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ 'ਚ ਰੁੱਝੀ ਰਹਿੰਦੀ। ਰਾਮ ਨਾਰਾਇਣ ਉਹਦੇ ਅੱਗੇ ਪਿੱਛੇ ਰਹਿੰਦਾ। ਮਿਸਿਸ ਗਰੇਵਾਲ ਦੇ ਹੱਥ 'ਚ ਘਰ ਦੀ ਸਾਰੀ ਕਬੀਲਦਾਰੀ ਸੀ। ਹੋਰ ਕੋਈ ਉਹਦੀ ਦਿਲਚਸਪੀ ਨਹੀਂ ਸੀ। ਉਹਦਾ ਜੀਵਨ ਰੁੱਖਾ ਸੀ, ਉਜਾੜ ਧਰਤੀ 'ਚ ਖੜੇ ਕਿਸੇ ਇਕੱਲੇ ਰੁੱਖ ਵਰਗਾ। ਬਾਜ਼ਾਰ 'ਚ ਇੱਕ ਦਿਨ ਉਹਨੂੰ ਦੇਸ਼ ਬੰਧੂ ਮਿਲਿਆ ਸੀ। ਦੋਵੇਂ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਪਿਛਲੇ ਜਨਮ ਦੀਆਂ ਗੱਲਾਂ ਇਸ ਜਨਮ 'ਚ ਕਰ ਰਹੇ ਹੋਣ। 2-4 ਗੱਲਾਂ ਤੋਂ ਬਾਅਦ ਰਸਮੀ ਗੱਲਾਂ ਛਿੜ ਪਈਆਂ। ਇੱਕ ਦੂਜੇ ਨੂੰ ਦੁਬਾਰਾ ਮਿਲਣ ਦਾ ਕੋਈ ਇਕਰਾਰ ਨਹੀਂ ਸੀ। ਦਲਜੀਤ ਕੌਰ ਦੇ ਮਨ 'ਚ ਇੱਕ ਬਿੰਦ ਨਫ਼ਰਤ ਜ਼ਰੂਰ ਜਾਗੀ ਸੀ। ਇਹੀ ਬੰਦਾ ਜਿਹਦੇ ਕਾਰਨ ਉਹਦੀ ਸਾਰੀ ਜ਼ਿੰਦਗੀ ਖਰਾਬ ਹੋ ਗਈ ਸੀ। ਉਹਦੀ ਕੁੱਖ ਬਾਂਝ ਰਹਿ ਗਈ। ਪਰ ਦੂਜੇ ਬਿੰਦੂ ਨੇ ਸੋਚਿਆ, ਇਹਦਾ ਕੀ ਕਸੂਰ ਹੈ, ਮੈਂ ਹੀ ਤਾਂ ਉਹਨੂੰ ਇਸ ਪਾਸੇ ਲਾਇਆ ਸੀ। ਇਹ ਤਾਂ ਵਿਚਾਰਾ ਡਰਦਾ ਹੀ ਬੜਾ ਹੁੰਦਾ ਸੀ। ਉਸ ਤੋਂ ਬਾਅਦ ਉਹ ਫੇਰ ਵੀ ਕਈ ਵਾਰ ਬਾਜ਼ਾਰ 'ਚ ਮਿਲੇ ਸਨ। ਪੁਰਾਣੀ ਸਾਂਝ ਹੌਲੀ ਨਵੀਂ ਬਣਨੀ ਸ਼ੁਰੂ ਹੋ ਗਈ ਸੀ। ਦੇਸ਼ ਬੰਧੂ ਨੂੰ ਇੱਕ ਦਿਨ ਦਲਜੀਤ ਕੌਰ ਤੇ ਗਰੇਵਾਲ ਸਾਹਿਬ ਇਕੱਠੇ ਹੀ ਬਾਜ਼ਾਰ 'ਚ ਮਿਲੇ। ਦਲਜੀਤ ਕੌਰ ਨੇ ਗਰੇਵਾਲ ਸਾਹਿਬ ਨਾਲ ਉਹਦੀ ਜਾਣ ਪਛਾਣ ਕਰਵਾਈ ਤੇ ਦੱਸਿਆ ਕਿ ਵੀਰ ਜੀ ਸਾਡੇ ਪਿੰਡ ਦੇ ਹੀ ਹਨ, ਗੁਆਂਢ ਵਿੱਚੋਂ ਹੀ। ਤੇ ਗਰੇਵਾਲ ਸਾਹਿਬ ਦਾ ਦੇਸ਼ ਬੰਧੂ ਨਾਲ ਸਿੱਧਾ ਮਿਲਣ ਜੁਲਣ ਹੋ ਗਿਆ, ਇੱਕ ਦੂਜੇ ਦੇ ਘਰ ਆਉਣ ਜਾਣ ਵੀ। ਦਲਜੀਤ ਕੌਰ ਸੋਚਦੀ, ਸਕੂਲ ਦਾ ਸਮਾਂ ਵੀ ਕਿਹੋ ਜਿਹਾ ਹੁਸੀਨ ਸਮਾਂ ਸੀ। ਇੱਕ ਵਾਰੀ ਉਹਨੇ ਤੇ ਦੇਸ਼ ਬੰਧੂ ਨੇ ਸਲਾਹ ਕੀਤੀ ਵੀ ਉਹ ਵਿਆਹ ਕਰਵਾ ਲੈਣ, ਪਰ ਉਹਨਾਂ ਦਾ ਵਿਆਹ ਕਿਸ ਤਰ੍ਹਾਂ ਹੋ ਸਕਦਾ ਸੀ। ਦੇਸ਼ ਬੰਧੂ ਖੱਤਰੀਆਂ ਦਾ ਮੁੰਡਾ ਸੀ, ਦਲਜੀਤ ਕੌਰ ਜੱਟਾਂ ਦੀ ਕੁੜੀ ਸੀ, ਬਿਲਕੁਲ ਹੀ ਅਸੰਭਵ। ਤੇ ਫਿਰ ਉਹਨਾਂ ਨੇ ਸੋਚਿਆ ਵੀ ਉਹ ਚੋਰੀਓਂ ਇੱਕ ਦਿਨ ਘਰੋਂ ਨਿਕਲ ਜਾਣ, ਬੰਬਈ ਕਲਕੱਤੇ ਜਾ ਰਹਿਣ, ਦੇਸ਼ ਬੰਧੂ ਕੋਈ ਨੌਕਰੀ ਕਰ ਲਵੇ, ਉਹ ਮੌਜਾਂ ਨਾਲ ਪਤੀ ਪਤਨੀ ਬਣ ਕੇ ਰਹਿਣ। ਦਲਜੀਤ ਹੀ ਇਸ ਗੱਲ 'ਤੇ ਜ਼ੋਰ ਦੇ ਰਹੀ ਸੀ। ਦੇਸ਼ ਬੰਧੂ ਲਈ ਤਾਂ ਬੜੀ ਔਖੀ ਗੱਲ ਸੀ, ਸੋ ਮੰਨਿਆ ਨਹੀਂ ਸੀ। ਦਲਜੀਤ ਉਸ ਨਾਲ ਇਸ ਕਰਕੇ 15-20 ਦਿਨ ਗੁੱਸੇ ਵੀ ਰਹੀ ਸੀ। ਹੁਣ ਉਹਨੂੰ ਜਦੋਂ ਉਹ ਦਿਨ ਯਾਦ ਆਉਂਦੇ, ਉਹਦਾ ਹੌਕਾ ਨਿਕਲ ਜਾਂਦਾ। ਕੀ ਕਰਨਾ ਸੀ ਉਹਨੇ ਵਕੀਲ ਨਾਲ ਵਿਆਹ ਕਰਵਾ ਕੇ? ਉਹਦੀ ਜ਼ਮੀਨ, ਉਹਦੀ ਕੋਠੀ, ਉਹਦੇ ਇੰਨੇ ਰੁਪਏ ਪੈਸੇ ਦਾ ਉਹਨੂੰ ਕੀ ਹੇਜ ਸੀ? ਜਦ ਉਹਦਾ ਵਿਆਹ ਹੋਇਆ ਸੀ ਉਦੋਂ ਉਹ ਕਾਲਜ 'ਚ ਪੜ੍ਹਦਾ ਸੀ ਤੇ ਫਿਰ ਵਕਾਲਤ 'ਚ ਪੜ੍ਹਦਾ ਰਿਹਾ। ਤੇ ਵਕਾਲਤ ਖਾਵੰਦ ਵਾਂਗ ਉਹਨੂੰ ਹੰਢਾ ਕੇ ਦੇਖਿਆ ਸੀ। ਤੇ ਫਿਰ ਉਹਦੀ ਜਦੋਂ ਦੂਜੀ ਸ਼ਾਦੀ ਹੋ ਗਈ ਸੀ ਤਾਂ ਉਹ ਰੰਡੀ ਦੇ ਸਮਾਨ ਸੀ। ਉਹ ਸੋਚਦੀ ਸੀ ਦੇਸ਼ ਬੰਧੂ ਨੂੰ ਲੈ ਕੇ ਨਿਕਲ ਜਾਂਦਾ ਜਾਂ ਉਹ ਦੇਸ਼ ਬੰਧੂ ਨੂੰ ਲੈ ਕੇ ਨਿਕਲ ਜਾਂਦੀ। ਚੰਨ ਵਰਗਾ ਉਹ ਬੱਚਾ ਜੰਮਦੀ, ਸ਼ਾਇਦ ਸੋਨੇ ਵਾਂਗ ਦਗਦਾ ਮੁੰਡਾ। ਜ਼ਾਤ ਪਾਤ ਦਾ ਕੀ ਸੀ, ਉਹ ਤਾਂ ਐਵੇਂ ਟਕਵੰਜ ਹੈ।
ਦੁਨੀਆ ਦੇ ਹੁਣ ਤਾਂ ਇਹਨਾਂ ਗੱਲਾਂ ਨੂੰ ਕੋਈ ਵਿਚਾਰਦਾ ਹੀ ਨਹੀਂ। ਉਹਨਾਂ ਦੇ ਗੁਆਂਢ 'ਚ ਹੀ ਕਰਮ ਸਿੰਘ ਸੋਢੀ, ਜਿਹੜਾ ਕਾਲਜ 'ਚ ਹੈੱਡ ਕਲਰਕ ਸੀ, ਦੀ ਲੜਕੀ ਨੇ ਪੰਡਤਾਂ ਦੇ ਇੱਕ ਮੁੰਡੇ ਨੂੰ ਚੁਣ ਲਿਆ ਸੀ ਅਤੇ ਉਸ ਨਾਲ ਵਿਆਹ ਕਰਵਾ ਲਿਆ ਸੀ। ਸੋਢੀ ਸਾਹਿਬ ਆਪ ਹੀ ਮੰਨ ਗਏ ਸੀ। ਕੀ ਕਰਦੇ ਸੋਢੀ ਸਾਹਿਬ? ਉਸ ਦਿਨ ਦੇਸ਼ ਬੰਧੂ ਦੀ ਪਤਨੀ ਦੇ ਸੱਥਰ 'ਤੇ ਬੈਠੀ ਦਲਜੀਤ ਪਤਾ ਨਹੀਂ ਕੀ ਸੋਚ ਰਹੀ ਸੀ। ਦੇਸ਼ ਬੰਧੂ ਆਪ ਪਤਾ ਨਹੀਂ ਕੀ ਸੋਚ ਰਿਹਾ ਸੀ। ਦਲਜੀਤ ਕੌਰ ਉਹਦੀ ਪਤਨੀ ਮਰਨ ਪਿੱਛੋਂ ਅੱਜ ਤੀਜੀ ਵਾਰ ਉਹਦੇ ਘਰ ਆਈ ਸੀ। ਪਹਿਲੇ ਦਿਨ ਤਾਂ ਉਸ ਦਿਨ ਆਈ ਸੀ ਜਿਸ ਦਿਨ ਉਹਦੀ ਪਤਨੀ ਦਾ ਦਾਹ ਸੰਸਕਾਰ ਕੀਤਾ ਗਿਆ। ਦੂਜੇ ਦਿਨ ਉਦੋਂ ਆਈ ਜਿਸ ਦਿਨ ਉਹਦੀ ਪਤਨੀ ਦੇ ਫੁੱਲ ਚੁਗੇ ਗਏ। ਅੱਜ ਦਾ ਤੀਜਾ ਦਿਨ ਸੀ। ਪਹਿਲੇ ਦੋਵੇਂ ਦਿਨ ਉਹ ਕੋਈ ਵੀ ਗੱਲ ਦੇਸ਼ ਬੰਧੂ ਨਾਲ ਨਹੀਂ ਸੀ ਕਰ ਸਕੀ। ਬੰਦਿਆਂ ਤੇ ਬੁੜੀਆਂ ਦੇ ਹੁੰਦਿਆਂ ਉਹ ਕੋਈ ਗੱਲ ਕਰ ਵੀ ਨਹੀਂ ਸੀ ਸਕਦੀ। ਐਵੇਂ ਹਾਂ ਦਾ ਨਾਅਰਾ ਜਿਹਾ ਮਾਰਿਆ ਸੀ। ਬੁੜੀਆਂ ਨਾਲ ਗੱਲਾਂ ਕੀਤੀਆਂ ਸਨ। ਅਸਲ ਗੱਲ ਤਾਂ ਉਹ ਦੇਸ਼ ਬੰਧੂ ਨਾਲ ਹੀ ਕਰਨਾ ਚਾਹੁੰਦੀ ਸੀ। ਦੇਸ਼ ਬੰਧੂ ਦੇ ਦੁੱਖ ਨੂੰ ਉਹ ਆਪਣੇ ਨਾਲ ਸਾਂਝਾ ਕਰਨਾ ਚਾਹੁੰਦੀ ਸੀ। ਦੇਸ਼ ਬੰਧੂ ਆਪ ਵੀ ਚਾਹੁੰਦਾ ਸੀ ਕਿ ਉਸ ਨਾਲ ਗੱਲ ਕਰੇ, ਆਪਣੇ ਮਨ ਦੀ ਭੜਾਸ ਕੱਢੇ। ਦਲਜੀਤ ਕੌਰ ਹੀ ਇੱਕ ਸੀ ਜਿਹਨੂੰ ਉਹ ਆਪਣੀ ਸਮਝਦਾ ਸੀ, ਜਿਸ 'ਚ ਉਹਦਾ ਮਾਨਸਿਕ ਵਿਸ਼ਵਾਸ ਸੀ। ਸ਼ਾਮ ਦਾ ਵੇਲਾ ਸੀ। ਹੌਲੀ ਹੌਲੀ ਲੋਕ ਉੱਠ ਜਾ ਰਹੇ ਸਨ। ਇੱਕ ਦੋ ਨਵੇਂ ਆਉਂਦੇ ਸਨ, ਚਾਰ ਉੱਠ ਕੇ ਚਲੇ ਜਾਂਦੇ ਸਨ। ਇਵੇਂ ਜਿਵੇਂ ਬੁੜੀਆਂ ਉੱਠ ਜਾ ਰਹੀਆਂ ਸਨ। ਮਿਸਿਸ ਗਰੇਵਾਲ ਉਵੇਂ ਬੈਠੀ ਸੀ। ਉਹ ਤਾਂ ਇਸ ਤਰ੍ਹਾਂ ਬੈਠੀ ਸੀ ਜਿਵੇਂ ਆਪਣੇ ਘਰ ਨੂੰ ਜਾਣਾ ਹੀ ਨਾ ਹੋਵੇ। ਬੰਦੇ ਸਭ ਚਲੇ ਗਏ, ਬੁੜੀਆਂ ਸਭ ਚਲੀਆਂ ਗਈਆਂ। ਦਿਨ ਬਿਲਕੁਲ ਹੀ ਛਿਪ ਗਿਆ ਸੀ। ਮਿਸਿਸ ਗਰੇਵਾਲ ਤਾਂ ਅਜੇ ਵੀ ਦੇਸ਼ ਬੰਧੂ ਦੀ ਭੈਣ ਨਾਲ ਗੱਲਾਂ ਕਰ ਰਹੀ ਸੀ ਅਤੇ ਫਿਰ ਦੇਸ਼ ਬੰਧੂ ਦੀ ਭੈਣ ਨੇ ਚੁੱਲ੍ਹੇ 'ਚ ਅੱਗ ਬਾਲ ਕੇ ਮੂੰਗੀ ਦੀ ਧੋਵੀਂ ਦਾਲ ਰਿੱਝਣੀ ਧਰ ਦਿੱਤੀ। ਪਰਾਤ 'ਚ ਆਟਾ ਛਾਣ ਕੇ ਉਹਨੂੰ ਗੁੰਨਣ ਲੱਗੀ। ਦੇਸ਼ ਬੰਧੂ ਨੇ 3 ਬੱਚੇ ਚੁੱਲ੍ਹੇ ਕੋਲ ਚੁੱਪਚਾਪ ਬੈਠੇ ਸੀ। ਦੇਸ਼ ਬੰਧੂ ਤੇ ਮਿਸਿਸ ਗਰੇਵਾਲ ਇੱਕ ਕਮਰੇ 'ਚ ਬੈਠ ਗਏ। ਬਿਜਲੀ ਦੀ ਰੌਸ਼ਨੀ ਸੀ। ਕੋਈ ਗੱਲ ਦਲਜੀਤ ਕੌਰ ਕਰਦੀ, ਕੋਈ ਗੱਲ ਦੇਸ਼ ਬੰਧੂ ਕਰਦਾ। ਹੁਣ ਤਾਂ ਤੂੰ ਮਨ ਨੂੰ ਸਮਝਾ ਦੇਸ਼, ਦਲਜੀਤ ਆਖ ਰਹੀ ਸੀ। ਮਨ ਨੂੰ ਸਮਝਾ ਕੇ ਕੀ ਕਰਾਂਗਾ? ਜੀਤਾ ਮੇਰੀ ਤਾਂ ਖੈਰ ਹੈ, ਇਹਨਾਂ 3 ਬੱਚਿਆਂ ਦਾ ਕੀ ਬਣੇਗਾ? ਉਹ ਮੱਥੇ 'ਤੇ ਹੱਥ ਧਰੀ ਬੈਠਾ ਸੀ। ਇਹਨਾਂ ਦੀ ਮਾਂ ਮੁੜ ਕੇ ਤਾਂ ਆਉਣੀ ਨਹੀਂ। ਹੁਣ ਤਾਂ ਬੱਚਿਆਂ ਦਾ ਬਾਪ ਵੀ ਤੂੰ, ਮਾਂ ਵੀ ਤੂੰ। ਠੀਕ ਹੈ, ਪਰ ਦੇਸ਼ ਬੰਧੂ ਦਲਜੀਤ ਵੱਲ ਖਾਲੀ ਅੱਖਾਂ ਨਾਲ ਝਾਕਣ ਲੱਗਿਆ। ਤੈਨੂੰ ਕੋਈ ਪੁਰਾਣੀ ਗੱਲ ਯਾਦ ਹੈ ਦੇਸ਼? ਹਾਂ, ਪੁਰਾਣੀਆਂ ਗੱਲਾਂ ਭੁੱਲਦੀਆਂ ਕਿਹਨੂੰ ਹੁੰਦੀਆਂ ਨੇ? ਯਾਦ ਹੈ ਮੈਂ ਤੈਨੂੰ ਇੱਕ ਵਾਰੀ ਆਖਿਆ ਸੀ, ਚੱਲ ਨਿਕਲ ਚਲੀਏ, ਬੰਬਈ ਕਲਕੱਤੇ ਚਲੇ ਜਾਈਏ। ਹਾਂ, ਮੈਂ ਉਦੋਂ ਡਰ ਗਿਆ ਸੀ ਦਲਜੀਤ, ਪਰ ਮੈਨੂੰ ਪਤਾ ਹੈ ਦੇਸ਼, ਮੈਂ ਅੱਜ ਵੀ ਉਹਨਾਂ ਸ਼ਬਦਾਂ 'ਤੇ ਕਾਇਮ ਹਾਂ। ਗੱਲ 'ਤੇ ਡਿੱਗੀ ਕਰੜ ਬਰੜੀ ਲਿਟ ਨੂੰ ਉਹਨੇ ਉਤਾਂਹ ਕੀਤਾ ਅਤੇ ਮੱਥੇ ਦੀਆਂ ਰੇਖਾਵਾਂ ਨੂੰ ਉਂਗਲ ਨਾਲ ਮਲ ਕੇ ਮਿਟਾਉਣ ਦੀ ਕੋਸ਼ਿਸ਼ ਕਰਨ ਲੱਗੀ। ਮਤਲਬ? ਦੇਸ਼ ਬੰਧੂ ਦੀ ਸਮਝ ਕੁਛ ਨਹੀਂ ਸੀ ਆ ਰਿਹਾ। ਮੇਰੇ ਪਤੀ ਦੇ ਸਭ ਕੁਝ ਹੈ, ਜ਼ਮੀਨ ਹੈ, ਜਾਇਦਾਦ ਹੈ, ਔਲਾਦ ਹੈ, ਰੁਪਈਆ, ਪੈਸਾ, ਮਾਣ, ਇੱਜ਼ਤ, ਸਭ ਕੁਝ ਹੈ, ਪਰ ਮੇਰਾ ਉਸ ਨਾਲ ਕੋਈ ਸਬੰਧ ਨਹੀਂ। ਮੈਨੂੰ ਤਾਂ ਇਉਂ ਲੱਗਦਾ ਜਿਵੇਂ ਅਜੇ ਮੈਂ ਕੁਆਰੀ ਹੋਵਾਂ। ਖਾਵਨ ਤਾਂ ਜਿਵੇਂ ਮੈਂ ਅਜੇ ਚੁਣਨਾ ਹੋਵੇ। ਹੁਣ ਕੀ ਫਾਇਦਾ ਇਹਨਾਂ ਗੱਲਾਂ ਦਾ ਜੀਤਾ? ਜਵਾਨੀ ਤਾਂ ਬੀਤ ਗਈ। ਜਵਾਨੀ ਬੀਤ ਗਈ ਤਾਂ ਕੀ ਹੋਇਆ? ਜਵਾਨੀ ਥੋੜ੍ਹੀ ਹੁੰਦੀ ਹੈ, ਸੋ ਬੀਤ ਹੀ ਜਾਂਦੀ ਹੈ। ਸਾਲ ਤਾਂ ਜਵਾਨੀ ਦੇ ਪਿੱਛੋਂ ਦੀ ਉਮਰ ਦਾ ਹੈ। ਹਿੰਮਤ ਹੈ ਤੇਰੇ 'ਚ। ਪਤਾ ਗਰੇਵਾਲ ਸਾਹਿਬ ਐਡਵੋਕੇਟ ਨੇ। ਕਿਸੇ ਐਡਵੋਕੇਟ ਦੀ ਮੈਨੂੰ ਪਰਵਾਹ ਨਹੀਂ। ਤੂੰ ਇੱਕ ਵਾਰੀ ਹਾਂ ਆਖ ਦੇ, ਉਸ ਬੁੱਢੇ ਘੋਗੜ ਦੇ ਬੱਚਿਆਂ ਨਾਲੋਂ ਮੈਂ ਤੇਰੇ ਬੱਚਿਆਂ ਦੀ ਮਾਂ ਬਣਾਂਗੀ। ਤੂੰ ਇੱਕ ਵਾਰੀ ਹਾਂ ਕਹਿ ਦੇ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਚੰਗਾ ਠੀਕ ਹੈ, ਭੋਗ ਪੈ ਲੈਣ ਦੇ। ਦੇਸ਼ ਬੰਧੂ ਨੇ ਦਲਜੀਤ ਕੌਰ ਦਾ ਹੱਥ ਆਪਣੇ ਹੱਥਾਂ 'ਚ ਘੁੱਟ ਲਿਆ। ਦੇਸ਼ ਬੰਧੂ ਦੀ ਭੈਣ ਨਾਲ ਰਸਮੀ ਜੀ ਇੱਕ ਅੱਧੀ ਗੱਲ ਕਰਕੇ ਅਤੇ 3 ਬੱਚਿਆਂ ਨੂੰ ਪਿਆਰ ਦੇ ਕੇ ਉਹ ਘਰ ਨੂੰ ਚਲੀ ਗਈ। ਧੰਨਵਾਦ।